Hello students, I'm Sukhvinder from Department of Economics, GGDST College हरियाणा ਹੁਸ਼ਿਆਰਪੁਰ। ਅਸੀਂ ਸ਼ੁਰੂ ਕੀਤਾ ਹੋਇਆ ਪਬਲਿਕ ਡੈਟ ਕੱਲ੍ਹ ਦਾ। ਪਬਲਿਕ ਡੈਟ ਜਿਸ ਤਰ੍ਹਾਂ ਆਪਾਂ ਕੀਤਾ ਸੀ ਕਿ ਸਰਕਾਰ ਦੀ ਆਮਦਨ ਅਤੇ ਖਰਚ ਜਿਹੜਾ ਗੈਪ ਹੁੰਦਾ, ਸਰਕਾਰ ਦੀ ਆਮਦਨ ਅਤੇ ਖਰਚ ਵਿੱਚ ਜਦੋਂ ਗੈਪ ਰਹਿ ਜਾਂਦਾ ਅਤੇ ਸਰਕਾਰ ਦਾ ਮੰਨ ਲਓ ਖਰਚ ਜ਼ਿਆਦਾ ਆਉਂਦਾ ਪਿਆ ਅਤੇ ਉਹਦੀ ਆਮਦਨ ਘੱਟ ਹੁੰਦੀ ਪਈ ਹੈ, ਤਾਂ ਉਸ ਘਾਟੇ ਨੂੰ ਪੂਰਾ ਕਰਨ ਲਈ ਸਰਕਾਰਾਂ ਪਬਲਿਕ ਡੈਟ ਜਿਹੜਾ ਲੈਂਦੀਆਂ। ਔਰ ਪਬਲਿਕ ਡੈਟ ਉਹ ਆਪਣੇ ਦੇਸ਼ ਦੇ ਲੋਕਾਂ ਤੋਂ ਵੀ ਲਿਆ ਜਾ ਸਕਦਾ, ਪਬਲਿਕ ਤੋਂ ਲਿਆ ਜਾ ਸਕਦਾ, ਬੈਂਕਾਂ ਤੋਂ ਲਿਆ ਜਾ ਸਕਦਾ, ਰਿਜ਼ਰਵ ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਤੋਂ ਲਿਆ ਜਾ ਸਕਦਾ, ਅਤੇ ਫੋਰਨ ਕੰਟਰੀਜ਼ ਤੋਂ, ਫੋਰਨ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਲਾਈਕ ਵਰਲਡ ਬੈਂਕ ਵਗੈਰਾ ਇਹਨਾਂ ਤੋਂ ਲਿਆ ਜਾ ਸਕਦਾ। ਜੇ ਨਾ ਹੋਵੇ ਤਾਂ ਨਵੀਂ ਕਰੰਸੀ ਜਿਹੜੀ ਆ ਉਹ ਵੀ ਛਾਪੀ ਜਾ ਸਕਦੀ ਹੈ। ਪਰ ਕੁਐਸਚਨ ਇਹ ਹੈ ਕਿ ਕੁਝ ਕੁ ਸਾਲਾਂ ਤੋਂ ਜਿਹੜੀ ਪਬਲਿਕ ਡੈਟ ਦੀ ਇੰਪੋਰਟੈਂਸ ਆ ਬਹੁਤ ਵੱਧ ਗਈ, ਇਹਦੀ ਜ਼ਰੂਰਤ ਬਹੁਤ ਵੱਧ ਗਈ ਹੈ। ਅਤੇ ਕੀ ਕਾਰਨ ਆ ਪਬਲਿਕ ਡੈਟ ਸਰਕਾਰਾਂ ਬਹੁਤ ਲੈਂਦੀਆਂ? ਸਭ ਤੋਂ ਪਹਿਲਾਂ ਜਿਹੜਾ ਕਾਰਨ ਆ ਉਹ ਹੈਗਾ ਇਕਨੋਮਿਕ ਡਿਵੈਲਪਮੈਂਟ, ਕਿ ਅੱਜ ਕੱਲ੍ਹ ਸਰਕਾਰਾਂ ਆਰਥਿਕ ਵਿਕਾਸ ਦੇ ਕੰਮ ਬਹੁਤ ਕਰਦੀਆਂ। ਕਿਉਂਕਿ ਪਹਿਲਾਂ ਸਰਕਾਰਾਂ ਪੁਲਿਸ ਸਟੇਟ ਹੋਇਆ ਕਰਦੀਆਂ ਸੀ, ਹੁਣ ਸਰਕਾਰਾਂ ਜਿਹੜੀਆਂ ਵੈਲਫੇਅਰ ਸਟੇਟਸ ਆ, ਔਰ ਉਹਦੇ ਵਿੱਚ ਪਲੈਨਿੰਗਸ ਆਉਂਦੀਆਂ, 5 ਈਅਰ ਪਲੈਨਿੰਗਸ ਆਉਂਦੀਆਂ, ਐਨੂਅਲ ਪਲੈਨਸ ਆਉਂਦੇ ਆ, ਲੌਂਗ ਟਾਈਮ ਲਈ ਪਲੈਨਿੰਗਸ ਆਉਂਦੀਆਂ, ਅਤੇ ਇਹਦੇ ਲਈ ਸਰਕਾਰ ਦੇ ਖਰਚ ਬਹੁਤ ਜ਼ਿਆਦਾ ਹੋ ਜਾਂਦੇ ਆ ਔਰ ਆਮਦਨ ਘੱਟ ਰਹਿ ਜਾਂਦੀ ਹੈ, ਜਿਸ ਕਰਕੇ ਸਰਕਾਰਾਂ ਨੂੰ ਪਬਲਿਕ ਡੈਟ ਦੀ ਕਰਜ਼ਾ ਲੈਣ ਦੀ ਲੋੜ ਪੈ ਜਾਂਦੀ ਹੈ। ਗਰੀਬੀ ਦੇ ਇੱਕ ਚੱਕਰ ਨੂੰ ਤੋੜਨਾ, ਬ੍ਰੇਕਿੰਗ ਦ ਵਿਸ਼ੀਅਸ ਸਰਕਲ ਆਫ ਪਾਵਰਟੀ। ਅਲਵਿਕਸਿਤ ਦੇਸ਼ ਲਾਈਕ ਇੰਡੀਆ, ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਆ, ਸਾਡੇ ਦੇਸ਼ਾਂ ਦੇ ਵਿੱਚ ਹੁੰਦਾ ਕੀ ਹੈ ਕਿ ਪੂੰਜੀ ਨਿਰਮਾਣ, ਕੈਪੀਟਲ ਫਾਰਮੇਸ਼ਨ ਘੱਟ ਹੁੰਦੀ। ਕਿਉਂਕਿ ਬੱਚਤ ਘੱਟ ਹੁੰਦੀ ਹੈ। ਬੱਚਤ ਕਿਉਂ ਘੱਟ ਹੁੰਦੀ ਹੈ? ਕਿਉਂਕਿ ਇੰਪਲਾਈਮੈਂਟ ਘੱਟ ਹੁੰਦੀ ਆ, ਅਤੇ ਇਹ ਸਾਰੇ ਲਈ ਜ਼ਰੂਰੀ ਹੈ ਕਿ ਇੰਪਲਾਈਮੈਂਟ ਜਨਰੇਟ ਕੀਤੀ ਜਾਵੇ, ਅਤੇ ਇੰਪਲਾਈਮੈਂਟ ਜਨਰੇਟ ਕਰਨ ਲਈ ਪਹਿਲਾਂ ਜ਼ਰੂਰੀ ਹੈ ਕਿ ਇਨਵੈਸਟਮੈਂਟ ਕੀਤੀ ਜਾਵੇ, ਅਤੇ ਸਰਕਾਰ ਨੂੰ ਇੰਪਲਾਈਮੈਂਟ ਜਨਰੇਟ ਕਰਨ ਲਈ ਇਸ ਤਰ੍ਹਾਂ ਦੀਆਂ ਪੋਲਿਸੀਜ਼ ਆ ਜਿਹੜੀਆਂ ਲੈ ਕੇ ਆਉਣੀਆਂ ਪੈਂਦੀਆਂ, ਜਿਨ੍ਹਾਂ ਨਾਲ ਇੰਪਲਾਈਮੈਂਟ ਜਨਰੇਟ ਹੋਵੇ, ਅਤੇ ਉਹਨਾਂ ਦੇ ਵਿੱਚ ਇਨਵੈਸਟ ਕਰਨਾ ਪੈਂਦਾ, ਅਤੇ ਉਹਦੇ ਲਈ ਸਰਕਾਰਾਂ ਨੂੰ ਅੱਜ ਕੱਲ੍ਹ ਪੈਸੇ ਦੀ ਜ਼ਰੂਰਤ ਹੁੰਦੀ ਆ ਅੱਜ ਕੱਲ੍ਹ ਦੀਆਂ ਵੈਲਫੇਅਰ ਸਟੇਟਸ ਨੂੰ। ਇਸ ਕਰਕੇ ਜਿਹੜੇ ਪਬਲਿਕ ਡੈਟ ਦੀ ਇੰਪੋਰਟੈਂਸ ਆ ਜਾਂ ਉਹਨਾਂ ਦੀ ਜ਼ਰੂਰਤ ਜਿਹੜੀ ਆ ਉਹ ਵੱਧ ਗਈ ਹੈ। ਦੈਨ ਸੋਸ਼ਲ ਵੈਲਫੇਅਰ, ਸਮਾਜਿਕ ਕਲਿਆਣ, ਕਿ ਹੁਣ ਸਿਹਤ, ਸਿੱਖਿਆ, ਬੀਮਾ, ਕਲਿਆਣ ਯੋਜਨਾਵਾਂ ਇਹ ਸਾਰੀਆਂ ਸਰਕਾਰਾਂ ਚਲਾਉਂਦੀਆਂ। ਮਤਲਬ ਸਿਹਤ ਅਤੇ ਸਿੱਖਿਆ ਤਾਂ ਜ਼ਰੂਰੀ ਹੈ ਨਾ, ਹੈਲਥ ਐਂਡ ਐਜੂਕੇਸ਼ਨ ਜਿਹੜੀ ਹੈ, ਔਰ ਉਸ ਤੋਂ ਬਾਅਦ ਜਿਹੜੀਆਂ ਕਲਿਆਣ ਸੰਬੰਧੀ ਹੋਰ ਯੋਜਨਾਵਾਂ ਜਿਹੜੀਆਂ ਲੈ ਕੇ ਆਈਆਂ ਜਾਂਦੀਆਂ ਸੋਸ਼ਲ ਵੈਲਫੇਅਰ ਦੇ ਲਈ, ਉਹਨਾਂ ਸਾਰਿਆਂ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ, ਅਤੇ ਇਸ ਕਰਕੇ ਕਈ ਵਾਰ ਸਾਡੀ ਦੇਸ਼ਾਂ ਦੀ ਜਿਹੜੀ ਆਮਦਨ ਆ ਉਹ ਘੱਟ ਰਹਿ ਜਾਂਦੀ ਹੈ ਅਤੇ ਖਰਚ ਜਿਹੜੇ ਉਹ ਵੱਧ ਜਾਂਦੇ। ਨੈਕਸਟ ਜਿਹੜਾ ਹੈਗਾ ਸਰਕਾਰਾਂ ਦੇ ਖਰਚੇ ਵਧਣ ਦਾ ਜਿਹੜਾ ਕਾਰਨ ਆ, ਸਰਕਾਰਾਂ ਪਬਲਿਕ ਡੈਟ ਦੀ ਵਧਣ ਦੀ ਜਿਹੜੀ ਇੰਪੋਰਟੈਂਸ ਆ, ਮਹੱਤਵ ਆ, ਉਹ ਹੈਗਾ ਐਮਰਜੈਂਸੀ। ਬਹੁਤ ਸਾਰੀਆਂ ਨੈਚੁਰਲ ਕਲੈਮਿਟੀਜ਼ ਵੀ ਆ ਜਾਂਦੀਆਂ ਲਾਈਕ ਹੜ੍ਹ, ਸੋਕਾ, ਅਤੇ ਕਈ ਵਾਰ ਦੂਸਰੇ ਦੇਸ਼ਾਂ ਦੇ ਨਾਲ ਪ੍ਰੋਬਲਮਸ ਆ ਜਾਂਦੀਆਂ, ਯੁੱਧ ਵਰਗੀਆਂ ਵਾਰ ਕੰਡੀਸ਼ਨਸ ਜਿਹੜੀਆਂ ਉਹ ਹੋ ਜਾਂਦੀਆਂ, ਅਤੇ ਉਹਦੇ ਵਿੱਚ ਸਰਕਾਰਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ, ਅਤੇ ਸਰਕਾਰਾਂ ਨੂੰ ਰਿਣ ਲੈਣ ਦੀ ਲੋੜ ਪੈ ਜਾਂਦੀ ਹੈ। ਇਕਨੋਮਿਕ ਸਟੇਬਲਾਈਜੇਸ਼ਨ, ਆਰਥਿਕ ਸਥਿਰੀਕਰਨ, ਸਰਕਾਰ ਨੂੰ ਆਰਥਿਕ ਸਥਿਰੀਕਰਨ ਦੇ ਲਈ ਵੀ ਰਿਣ ਲੈਣੇ ਪੈਂਦੇ ਆ। ਕਈ ਵਾਰ ਦੇਸ਼ ਦੇ ਲੋਕਾਂ ਕੋਲ ਮੁਦਰਾ ਦੀ ਪੂਰਤੀ ਵੱਧ ਜਾਂਦੀ ਹੈ। ਜਦੋਂ ਮੁਦਰਾ ਦੀ ਪੂਰਤੀ ਵੱਧਦੀ ਆ ਅਤੇ ਆਮਦਨ ਵੱਧ ਜਾਂਦੀ ਆ, ਜਿਹਦੇ ਨਾਲ ਲੋਕਾਂ ਦੀ ਡਿਮਾਂਡ ਵੱਧ ਜਾਂਦੀ ਆ, ਜਿਹਦੇ ਕਰਕੇ ਕੀਮਤਾਂ ਦੇ ਵਿੱਚ ਵਾਧਾ ਹੋ ਜਾਂਦਾ, ਅਤੇ ਕੀਮਤਾਂ ਨੂੰ ਘੱਟ ਕਰਨ ਦੇ ਲਈ ਮੁਦਰਾ ਦੀ ਪੂਰਤੀ ਨੂੰ ਘੱਟ ਕਰਨਾ ਜ਼ਰੂਰੀ ਹੋ ਜਾਂਦਾ। ਮੁਦਰਾ ਦੀ ਪੂਰਤੀ ਨੂੰ ਘੱਟ ਕਰਨ ਦੇ ਲਈ ਸਰਕਾਰਾਂ ਕੀ ਕਰਦੀਆਂ? ਲੋਨ ਲੈ ਲੈਂਦੀਆਂ। ਦੇਖੋ ਕਿ ਜਦੋਂ ਸਾਡੇ ਕੋਲ ਪੈਸਾ ਜ਼ਿਆਦਾ ਹੁੰਦਾ ਆਪਾਂ ਡਿਮਾਂਡ ਜ਼ਿਆਦਾ ਕਰਦੇ ਹਾਂ, ਜਦੋਂ ਸਾਡੇ ਕੋਲ ਡਿਮਾਂਡ ਜ਼ਿਆਦਾ ਹੋ ਜਾਂਦੀ ਤਾਂ ਪ੍ਰਾਈਸ ਵਧੂਗਾ, ਇਨਫਲੇਸ਼ਨ ਆ ਜਾਏਗੀ। ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ ਤਰੀਕਾ ਕੀ ਹੈ ਕਿ ਲੋਕਾਂ ਕੋਲ ਪੈਸਾ ਘੱਟ ਜਾਏ। ਉਹ ਕਦੋਂ ਘਟੇਗਾ? ਸਰਕਾਰ ਲੋਨ ਲੈ ਲੈਂਦੀ ਹੈ, ਲੋਕਾਂ ਦਾ ਪੈਸਾ ਸਰਕਾਰ ਕੋਲ ਚਲੇ ਜਾਂਦਾ। ਸਰਕਾਰ ਡਾਇਰੈਕਟਲੀ ਲੋਨ ਨਹੀਂ ਲੈਂਦੀ, ਸਰਕਾਰ NSCs, ਨੈਸ਼ਨਲ ਸੇਵਿੰਗ ਸਰਟੀਫਿਕੇਟਸ ਵਗੈਰਾ ਜਿਹੜੇ ਲੋਕਾਂ ਨੂੰ ਦੇ ਦਿੰਦੀ ਹੈ ਸਿਕਿਉਰਿਟੀ, ਅਤੇ ਉਹਦੇ ਬਦਲੇ ਸਰਕਾਰਾਂ ਜਿਹੜਾ ਲੋਨ ਲੈ ਲੈਂਦੀਆਂ, ਰਿਣ ਲੈ ਲੈਂਦੀਆਂ ਲੋਕਾਂ ਤੋਂ, ਅਤੇ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਲੋਕਾਂ ਦੀ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਘੱਟ ਜਾਂਦੀ ਹੈ, ਅਤੇ ਉਹਦੇ ਨਾਲ ਇਕਨੋਮਿਕ ਸਟੇਬਿਲਿਟੀ ਹੈ ਜਿਹੜੀ ਉਹ ਆ ਸਕਦੀ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਸੇਫਗਾਰਡ ਅਗੇਂਸਟ ਡਿਪਰੈਸ਼ਨ। ਸਰਕਾਰ ਨੂੰ ਆਰਥਿਕ ਸਥਿਰੀਕਰਨ ਦੇ ਲਈ ਸਾਰਵਜਨਿਕ ਰਿਣ ਲੈਣੇ ਪੈਂਦੇ ਆ, ਇਹ ਤਾਂ ਹੋ ਗਿਆ, ਪਰ ਕਈ ਵਾਰ ਇਹ ਵੀ ਆ ਕਿ ਆਰਥਿਕ ਸਥਿਰੀਕਰਨ ਆ ਜਿਹੜਾ ਹਮੇਸ਼ਾ ਇਨਫਲੇਸ਼ਨ ਹੀ ਨਹੀਂ ਹੁੰਦੀ, ਇਹਦੇ ਵਿੱਚ ਕਈ ਵਾਰ ਡਿਪਰੈਸ਼ਨ ਵੀ ਆਉਂਦੀ ਹੈ। ਡਿਪਰੈਸ਼ਨ ਦੇ ਕੇਸ ਦੇ ਵਿੱਚ ਹੁੰਦਾ ਕਿ ਡਿਮਾਂਡ ਜਿਹੜੀ ਹੈ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਜਿਹਦੇ ਕਰਕੇ ਉਤਪਾਦਨ ਘੱਟ ਜਾਂਦਾ, ਉਤਪਾਦਨ ਘਟਣ ਕਰਕੇ ਜਿਹੜੀ ਬੇਰੁਜ਼ਗਾਰੀ ਵੱਧ ਜਾਂਦੀ ਹੈ, ਅਤੇ ਇਹਦੇ ਨਾਲ ਪ੍ਰੋਬਲਮ ਆ ਜਿਹੜੀ ਡਿਪਰੈਸ਼ਨ ਦੀ ਆ ਜਾਂਦੀ ਹੈ। ਅਤੇ ਇਸ ਵੇਲੇ ਸਰਕਾਰਾਂ ਨੂੰ ਆਪਣਾ ਖਰਚਾ ਵਧਾਉਣਾ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਪੈਸੀਮਿਜ਼ਮ ਹੁੰਦਾ, ਜਿਹੜਾ ਨਿਰਾਸ਼ਾਵਾਦ ਹੁੰਦਾ, ਪ੍ਰਾਈਵੇਟ ਸੈਕਟਰ ਇਨਵੈਸਟ ਨਹੀਂ ਕਰਦਾ, ਇਨਵੈਸਟਮੈਂਟ ਜ਼ਰੂਰੀ ਹੁੰਦੀ ਹੈ ਡਿਪਰੈਸ਼ਨ 'ਚੋਂ ਬਾਹਰ ਆਉਣ ਲਈ, ਉਹ ਸਰਕਾਰ ਨੇ ਕਰਨੀ ਹੁੰਦੀ ਹੈ। ਇਸ ਕਰਕੇ ਵੀ ਸਰਕਾਰਾਂ ਨੂੰ ਪਬਲਿਕ ਰਿਣ ਜਿਹੜਾ ਉਹਦੀ ਜ਼ਰੂਰਤ ਪੈਂਦੀ ਹੈ। ਨੈਕਸਟ ਹੈਗਾ ਸਪੈਸ਼ਲ ਇੰਪੋਰਟੈਂਸ ਟੂ ਅੰਡਰ ਡਿਵੈਲਪ ਕੰਟਰੀਜ਼। ਸਾਡੇ ਵਰਗੇ ਇੰਡੀਆ ਵਰਗੇ ਅੰਡਰ ਡਿਵੈਲਪ ਕੰਟਰੀਜ਼ ਆ ਜਿਹੜੇ, ਇਹਨਾਂ ਦੇ ਵਿੱਚ ਕਿਉਂਕਿ ਟੈਕਸ ਤੋਂ ਪ੍ਰਾਪਤ ਆਮਦਨ ਘੱਟ ਹੁੰਦੀ ਹੈ, ਕਿਉਂਕਿ ਲੋਕਾਂ ਦੀ ਆਮਦਨ ਘੱਟ ਹੁੰਦੀ ਹੈ। ਅਸਲ 'ਚ ਵਿਸ਼ੀਅਸ ਸਰਕਲ ਆਫ ਪਾਵਰਟੀ ਪਾਇਆ ਜਾਂਦਾ ਹੁੰਦਾ।
ਫਿਰ ਦੂਜਾ, ਇਹਨਾਂ ਦੇ ਵਿੱਚ ਡਿਵੈਲਪਮੈਂਟ ਬਹੁਤ ਘੱਟ ਹੋਈ ਹੁੰਦੀ ਹੈ, ਡਿਵੈਲਪਮੈਂਟਲ ਐਕਸਪੈਂਡੀਚਰ ਬਹੁਤ ਹੁੰਦੇ ਆ ਗੌਰਮੈਂਟਸ ਦੇ, ਅਤੇ ਇਸ ਕਰਕੇ ਸਰਕਾਰਾਂ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਨੀ ਪੈਂਦੀ ਹੈ। ਅਤੇ ਇਹ ਇਨਵੈਸਟਮੈਂਟ ਦੇ ਲਈ ਜਿਹੜੀ ਫੋਰਨ ਕੰਟਰੀਜ਼ ਤੋਂ ਜਾਂ ਆਪਣੇ ਦੇਸ਼ ਦੇ ਲੋਕਾਂ ਤੋਂ ਜਾਂ ਬੈਂਕਾਂ ਤੋਂ ਸਰਕਾਰਾਂ ਹੈਲਪ ਲੈਂਦੀਆਂ, ਅਤੇ ਇਸ ਹੈਲਪ ਦੇ ਨਾਲ ਸਰਕਾਰਾਂ ਜਿਹੜੀਆਂ ਆ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਡਿਵੈਲਪਮੈਂਟ ਪ੍ਰੋਸੈਸ ਨੂੰ ਸ਼ੁਰੂ ਕਰਦੀਆਂ। ਟੂ ਬ੍ਰਿਜ ਟੈਂਪਰੇਰੀ ਡੈਫੀਸਿਟ, ਅਸਥਾਈ ਘਾਟੇ ਨੂੰ ਪੂਰਾ ਕਰਨ ਲਈ ਬਜਟ ਜਦੋਂ ਸਾਡਾ ਘਾਟੇ ਦਾ ਪਾਸ ਹੋ ਜਾਂਦਾ ਤਾਂ ਜਿਹੜਾ ਉਹ ਘਾਟਾ ਹੁੰਦਾ ਉਹਨੂੰ ਪੂਰਾ ਕਰਨ ਦੇ ਲਈ ਛੇਤੀ ਆਮਦਨ ਨਹੀਂ ਪ੍ਰਾਪਤ ਹੋ ਸਕਦੀ ਹੁੰਦੀ। ਤੁਸੀਂ ਟੈਕਸ ਵਧਾ ਵੀ ਦਿਓਗੇ ਤਾਂ ਇੱਕਦਮ ਤੁਹਾਡੀ ਆਮਦਨ ਨਹੀਂ ਵਧੇਗੀ। ਅਤੇ ਦੂਸਰਾ, ਕਈ ਵਾਰ ਇਹ ਵੀ ਹੁੰਦਾ ਕਿ ਜੇ ਤੁਸੀਂ ਇਸ ਤਰ੍ਹਾਂ ਵਿੱਚ ਕਿਤੇ ਟੈਕਸ ਵਧਾ ਵੀ ਦਿੰਦੇ ਹੋ ਤਾਂ ਲੋਕਾਂ ਤੋਂ ਵਿਰੋਧ ਬਹੁਤ ਜ਼ਿਆਦਾ ਸਹਿਣ ਕਰਨਾ ਪੈ ਜਾਂਦਾ। ਲੋਕ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਟੈਕਸ ਵਧਾ ਦਿੱਤੇ ਅਤੇ ਲੋਕਾਂ ਨੇ ਚੁੱਪ-ਚਾਪ ਦੇ ਦਿੱਤੇ। ਕਈ ਵਾਰ ਬਹੁਤ ਜ਼ਿਆਦਾ ਵਿਰੋਧ ਜਿਹੜਾ ਉਹ ਕੀਤਾ ਜਾਂਦਾ, ਜਿਹਦੇ ਕਰਕੇ ਸਰਕਾਰਾਂ ਆਮ ਕਰਕੇ ਫਿਰ ਪਬਲਿਕ ਡੈਟ ਦਾ ਸਹਾਰਾ ਲੈਂਦੀਆਂ ਲੋਕਾਂ ਦੇ ਵਿਰੋਧ ਤੋਂ ਬਚਣ ਦੇ ਲਈ। ਐਸਟੈਬਲਿਸ਼ਮੈਂਟ ਆਫ ਪਬਲਿਕ ਐਂਟਰਪ੍ਰਾਈਜ਼ਸ, ਫਿਰ ਸਰਕਾਰਾਂ ਨੇ ਬਹੁਤ ਸਾਰੇ, ਦੇਖੋ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੋ ਹੁੰਦੇ ਇਕੋਨਮੀ ਦੇ ਵਿੱਚ। ਹੁਣ ਪਬਲਿਕ ਐਂਟਰਪ੍ਰਾਈਜ਼ਸ ਜਿਹੜੇ ਆ ਉਹ ਜ਼ਰੂਰੀ ਨਹੀਂ ਹੈ ਹਮੇਸ਼ਾ ਵਾਧੇ ਦੇ ਵਿੱਚ ਹੀ ਜਾਣ, ਉਹ ਕਈ ਵਾਰ ਘਾਟੇ ਦੇ ਵਿੱਚ ਵੀ ਚਲੇ ਜਾਂਦੇ ਆ। ਅਤੇ ਦੂਸਰਾ ਇਹ ਵੀ ਹੁੰਦਾ ਕਿ ਸਾਰੇ ਹੀ ਜਿਹੜੇ ਆ ਐਂਟਰਪ੍ਰਾਈਜ਼ਸ ਉਹ ਪਬਲਿਕ ਸੈਕਟਰ ਨੂੰ ਨਹੀਂ ਦਿੱਤੇ ਜਾ ਸਕਦੇ ਹੁੰਦੇ। ਕਈ ਜਗ੍ਹਾ ਪਬਲਿਕ ਦੀ ਜਗ੍ਹਾ 'ਤੇ ਨੈਸ਼ਨਲਾਈਜੇਸ਼ਨ ਕੀਤੀ ਜਾਂਦੀ, ਪ੍ਰਾਈਵੇਟ ਦੀ ਜਗ੍ਹਾ 'ਤੇ ਪਬਲਿਕ ਕੀਤਾ ਜਾਂਦਾ, ਨੈਸ਼ਨਲਾਈਜੇਸ਼ਨ ਕੀਤੀ ਜਾਂਦੀ ਹੈ। ਜਦੋਂ ਨੈਸ਼ਨਲਾਈਜੇਸ਼ਨ ਕੀਤੀ ਜਾਂਦੀ ਆ ਅਤੇ ਉਸ ਕੇਸ ਦੇ ਵਿੱਚ ਜਿਹੜੀਆਂ ਸਿੱਖ ਯੂਨਿਟਸ ਆ ਉਹਨਾਂ ਦੀ ਮਾਲਕੀ ਪ੍ਰਾਪਤ ਕਰਨੀ ਪੈ ਜਾਂਦੀ ਹੈ ਸਰਕਾਰ ਨੂੰ। ਸਿੱਖ ਯੂਨਿਟਸ ਜਿਹੜੀਆਂ ਆ ਬਿਮਾਰ ਇਕਾਈਆਂ ਜਿੱਥੋਂ ਮਤਲਬ ਪ੍ਰੋਫਿਟ ਘੱਟ ਹੁੰਦਾ ਪਿਆ, ਉਹਨਾਂ ਨੂੰ ਦੁਬਾਰਾ ਰਿਵਾਈਵ ਕਰਨ ਦੇ ਲਈ, ਉਹਨਾਂ ਨੂੰ ਦੁਬਾਰਾ ਪ੍ਰੋਫਿਟ ਦੇ ਵਿੱਚ ਲਿਜਾਣ ਦੇ ਲਈ ਸਰਕਾਰਾਂ ਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪੈ ਜਾਂਦਾ। ਔਰ ਉਸ ਖਰਚੇ ਨੂੰ ਪੂਰਾ ਕਰਨ ਦੇ ਲਈ ਸਰਕਾਰਾਂ ਆਮ ਕਰਕੇ ਰਿਣ ਜਿਹੜਾ ਉਹ ਲੈਂਦੀਆਂ, ਰਿਣ ਦੀ ਵਰਤੋਂ ਕਰਦੀਆਂ, ਅਤੇ ਉਹਦੇ ਨਾਲ ਫਿਰ ਇਨਵੈਸਟਮੈਂਟ ਕਰਕੇ ਜਿਹੜੀਆਂ ਸਿੱਖ ਯੂਨਿਟਸ ਆ ਉਹਨਾਂ ਨੂੰ ਰਿਵਾਈਵ ਕਰਕੇ ਅਤੇ ਦੁਬਾਰਾ ਫਿਰ ਉਹਨਾਂ ਨੂੰ ਪ੍ਰੋਫਿਟ ਕਮਾਉਣ ਵੱਲ, ਪ੍ਰੋਫਿਟ ਜਨਰੇਟ ਕਰਨ ਵੱਲ ਲੈ ਕੇ ਜਾਂਦੀਆਂ। ਇਹ ਉਹ ਕਾਰਨ ਆ ਸਾਰੇ ਜਿਨ੍ਹਾਂ ਦੇ ਕਰਕੇ ਪਬਲਿਕ ਡੈਟ ਆ ਜਿਹੜਾ ਇਹਦੇ ਵਿੱਚ, ਪਬਲਿਕ ਡੈਟ ਦੇ ਵਿੱਚ ਵਾਧਾ ਹੋਇਆ ਜਾਂ ਪਬਲਿਕ ਡੈਟ ਦੀ ਇੰਪੋਰਟੈਂਸ ਹੈ ਜਿਹੜੀ ਵਧੀ ਆ। ਇਹ ਉਹ ਕਾਰਨ ਆ ਜਿਨ੍ਹਾਂ ਕਾਰਨਾਂ ਦੇ ਕਰਕੇ ਸਰਕਾਰਾਂ ਆਮ ਕਰਕੇ ਲੋਨ ਲੈਂਦੀਆਂ। ਜਿਹੜਾ ਅਗਲਾ ਟੌਪਿਕ ਆ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।